ਪੰਜਾਬ ਵਾਸੀ ਭੈਣਾਂ ਤੇ ਭਰਾਓ, ਪੰਜਾਬ ਅਸੈਂਬਲੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਲਈ ਵਾਸਤੇ 2 ਦਿਨ ਬਾਕੀ ਬਚੇ ਆ। 20 ਤਰੀਕ ਨੂੰ ਤੁਸੀਂ ਆਪਣੀਆਂ ਵੋਟਾਂ ਪਾ ਕੇ ਆਪਣੇ ਨੁਮਾਇੰਦਿਆਂ ਦੀ ਚੋਣ ਕਰ ਲੈਣੀ ਹੈ। ਸਰਮਾਏਦਾਰਾਂ ਦੀਆਂ ਪਰਿਪਾਲਕ ਜਿਹੜੀਆਂ ਰਾਜਸੀ ਪਾਰਟੀਆਂ, ਜਿਹੜੀਆਂ ਕਾਰਪੋਰੇਟ ਪੈਸਿਆਂ ਦੇ ਧਨ ਦੇ ਜ਼ੋਰ ਨਾਲ ਤੇ ਧਨੀਆਂ ਦੇ ਪੈਸਿਆਂ ਦੇ ਜ਼ੋਰ ਨਾਲ ਚੋਣਾਂ ਲੜਦੀਆਂ, ਉਹਨਾਂ ਨੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਐਨ ਸਿਰੇ ਤੱਕ ਲਾਤਾ। ਦੁਨੀਆ ਨਾਲ ਝੂਠੇ ਵਾਅਦੇ ਕਰਨ 'ਚ ਕੋਈ ਕਸਰ ਬਾਕੀ ਨਹੀਂ ਰੱਖ ਰਹੀਆਂ। ਸ਼ਾਇਦ ਅਸਮਾਨ ਦੇ ਤਾਰੇ ਉਹ ਲਿਆ ਕੇ ਦੇਣ ਦਾ ਵਾਅਦਾ ਨਹੀਂ ਕਰ ਰਹੇ, ਬਾਕੀ ਸਾਰੇ ਵਾਅਦੇ ਲੋਕਾਂ ਨਾਲ ਕਰ ਰਹੇ ਆ, ਝੂਠੇ ਵਾਅਦੇ ਕਰ ਰਹੇ ਆ। ਭਾਜਪਾ 3 ਵਾਰੀ ਪ੍ਰਧਾਨ ਮੰਤਰੀ ਮੋਦੀ ਪੰਜਾਬ 'ਚ ਆਏ ਆ। 3 ਵਾਰੀ ਉਹਨਾਂ ਨੇ ਝੂਠ ਦੇ ਬੜੇ ਬੜੇ ਪਲੰਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਆ। ਔਰ ਇਸ ਹੱਦ ਤੱਕ ਉਹ ਗਏ ਵੀ ਲੋਕਾਂ ਨੂੰ ਦੱਸ ਨਹੀਂ ਰਹੇ ਵੀ ਜਿਹੜਾ ਉਹ ਕਹਿੰਦੇ ਸਨ ਵੀ ਮੈਂ ਕਾਲਾ ਧਨ ਵਿਦੇਸ਼ਾਂ 'ਚੋਂ ਲਿਆ ਕੇ 5-5 ਲੱਖ ਲੋਕਾਂ ਦੇ ਖਾਤਿਆਂ 'ਚ ਜਮ੍ਹਾਂ ਕਰ ਦੇਣਾ, ਉਹਦੇ ਬਾਰੇ ਜ਼ਬਾਨ ਕਿਉਂ ਨਹੀਂ ਖੋਲ੍ਹਦੇ। ਨੋਟਬੰਦੀ ਕੀਤੀ, ਸੈਂਕੜੇ ਬੰਦੇ ਮਰ ਗਏ, ਵਪਾਰ ਤਬਾਹ ਹੋ ਗਿਆ, ਲੋਕ ਆਪਣੇ ਪੈਸਿਆਂ ਲਈ ਤਰਸਦੇ ਰਹੇ, ਲੇਕਿਨ ਉਹਦਾ ਜ਼ਿਕਰ ਨਹੀਂ ਕਰਦਾ ਵੀ ਕੀ ਨੋਟਬੰਦੀ ਗਲਤ ਸੀ ਜਾਂ ਉਹਦਾ ਵਾਅਦਾ ਗਲਤ ਸੀ। GST ਦਾ ਕਾਨੂੰਨ ਰਾਤ ਨੂੰ 12 ਵਜੇ ਪਾਸ ਕੀਤਾ। ਦੇਸ਼ 47 ਦੀ ਆਜ਼ਾਦੀ ਵਰਗਾ ਕਾਨੂੰਨ ਹੈ, ਔਰ ਉਹ ਕਾਨੂੰਨ ਹੈ ਜਿਹਨੇ ਇਸ ਨਾਂ ਥੱਲੇ ਵੀ ਅਸੀਂ ਢਾਂਚਾ ਇੱਕ ਬਣਾਉਣਾ ਕਰਾਂ ਦਾ ਸੂਬਿਆਂ ਦੇ ਵਿੱਤੀ ਅਧਿਕਾਰ ਖੋਹ ਕੇ ਦਿੱਲੀ ਕੋ ਲੈ ਗਏ। ਇਹ ਆਜ਼ਾਦੀ ਦੇਸ਼ ਦੀ ਹੈ। ਪਰ ਮੋਦੀ ਸਰਕਾਰ ਇਹ ਦੱਸ ਨਹੀਂ ਰਹੇ ਲੋਕਾਂ ਨੂੰ ਵੀ ਧਾਰਾ 370 ਤੋੜਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕੀ ਭਾਰਤ ਨਾਲ ਜੁੜੇ ਆ ਕਿ ਭਾਰਤ ਦੇ ਵਿਰੋਧ ਖੜੇ ਹੋ ਗਏ ਆ। ਸਾਡਾ ਲਿੰਕ ਉਹਨਾਂ ਨਾਲ ਅੱਗੇ ਨਾਲ ਵੱਧ ਗਿਆ ਕਿ ਪਹਿਲਾਂ ਨਾਲੋਂ ਵੀ ਲਿੰਕ ਕਮਜ਼ੋਰ ਹੋ ਗਿਆ। ਔਰ ਇਹਦਾ ਦੇਸ਼ ਦੇ ਜਨ ਸਧਾਰਨ ਨੂੰ ਕੀ ਫਾਇਦਾ ਹੋਇਆ, ਦੇਸ਼ ਦੀ ਸੁਰੱਖਿਆ ਨੂੰ ਕੀ ਫਾਇਦਾ ਹੋਇਆ, ਇਹਦਾ ਜਵਾਬ ਉਹ ਨਹੀਂ ਦੇ ਰਹੇ। ਪਰ ਇੱਕ ਹੋਰ ਗੱਲ ਨਵੀਂ ਕਹਿ ਰਹੇ ਹੋ ਵੀ ਜੇ ਕਿਤੇ ਉਦੋਂ ਭਾਜਪਾ ਦੇ ਆਗੂ ਕਹਿ ਰਹੇ ਕਿ ਜੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹੁੰਦੇ 47 'ਚ ਪਹਿਲਾਂ, ਨਹਿਰੂ ਦੀ ਜਗ੍ਹਾ ਸ਼ਾਇਦ ਕਰਤਾਰਪੁਰ ਸਾਹਿਬ ਸਾਡਾ ਜਿਹੜਾ ਆਸਥਾ ਦਾ ਕੇਂਦਰ ਆ ਉਹ ਪਾਕਿਸਤਾਨ 'ਚ ਨਾ ਜਾਂਦਾ। ਉੱਦਾਂ ਮੋਦੀ ਜੀ ਭਾਜਪਾ ਵਾਲਿਓ, ਤੁਹਾਡੀ ਕਿਰਪਾ ਨਾਲ ਹੀ ਧਰਮ ਦੇ ਆਧਾਰ 'ਤੇ, ਕੌਮਾਂ ਦੇ ਆਧਾਰ ਦੇ ਉੱਤੇ 2 ਦੇਸ਼ਾਂ ਦੀ ਵੰਡ ਹੋਈ ਹੈ। ਇਹ ਬਣਦਾ ਹੀ ਨਾ ਪਾਕਿਸਤਾਨ ਭਾਰਤ। ਜੇ ਤੁਹਾਡੇ ਹਿੰਦੂ ਮਹਾਸਭਾ ਵਾਲੇ, RSS ਵਾਲੇ ਤੇ ਮੁਸਲਿਮ ਲੀਗੀਏ ਇਹ ਪ੍ਰਚਾਰ ਨਾ ਕਰਦੇ ਕਿ ਕੌਮ ਦਾ ਆਧਾਰ ਧਰਮ ਹੁੰਦਾ ਤੇ ਧਰਮ ਦੇ ਨਾਂ ਦੇ ਉੱਤੇ ਕੌਮ ਦੱਸ ਕੇ 2 ਦੇਸ਼ਾਂ ਇਸ ਦੇਸ਼ ਦੀ ਵੰਡ ਕਰ ਦਿੱਤੀ। ਉੱਦਾਂ ਇਸ ਲਈ ਇਹ ਕਹਿਣਾ ਵੀ ਉਹ ਨਾ ਹੁੰਦੀ ਵੰਡ ਦਾ ਆਧਾਰ ਹੀ ਇਹਨਾਂ ਲੋਕਾਂ ਨੇ ਪੈਦਾ ਕੀਤਾ। ਪਰ ਇਹ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਵੀ ਇਹ ਚਿੰਤਾ ਕਰਨ ਦੀ ਕੀ ਲੋੜ ਆ। ਜੇ ਇੱਦਾਂ RSS ਤੇ ਹਿੰਦੂ ਮਹਾਸਭਾ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਸਾਨੂੰ 47 'ਚ ਆਜ਼ਾਦੀ ਨਾ ਮਿਲਦੀ ਇਹਨਾਂ ਦੀ ਕਿਰਪਾ ਨਾਲ, ਤੇ ਫਿਰ ਦੇਸ਼ ਦਾ ਪਹਿਲਾਂ ਹੀ ਇੱਕ ਸੀ ਬਹੁਤ। ਪਰ ਰਾਜ ਅੰਗਰੇਜ਼ਾਂ ਦਾ ਹੋਣਾ ਸੀ। ਇਹ ਅੰਗਰੇਜ਼ੀ ਰਾਜ ਵਾਸਤੇ ਲੜਦੇ ਸੀ RSS ਵਾਲੇ, ਉਹਨਾਂ ਦੀ ਮਦਦਗਾਰ ਸਨ ਜਿਹੜੇ ਆਜ਼ਾਦੀ ਦੀਆਂ ਗੱਲਾਂ ਕਰਦੇ ਆ। ਕਦੀ ਇਹ ਪਟੇਲ ਨੂੰ ਤੇ ਨਹਿਰੂ ਨੂੰ ਵਿਰੋਧਤਾ ਦਾ ਬਖੇਰਾ ਖੜਾ ਕਰ ਦਿੰਦੇ ਆ। ਅਸਲ 'ਚ ਇਹ ਆਜ਼ਾਦੀ ਨਹੀਂ ਸੀ ਚਾਹੁੰਦੇ, ਇਹ ਸਾਮਰਾਜ ਦੀ ਗੁਲਾਮੀ ਚਾਹੁੰਦੇ ਸਨ। ਇਸ ਲਈ ਪੰਜਾਬ ਦੇ ਵੋਟਰੋ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਭਾਜਪਾ ਔਰ ਉਹਦੇ ਇਤਿਹਾਦੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ, ਇਹ ਤੁਹਾਡੀ ਵੋਟ ਦੇ ਦਾ ਕੀ ਤੁਹਾਡੇ ਮੈਂ ਕਿਸੇ ਕਿਸਮ ਦਾ ਵਿਸ਼ਵਾਸ ਦੇ ਪਾਤਰ ਬਣਨ ਦੇ ਕਾਬਲ ਹੀ ਨਹੀਂ ਹਨ। ਅਮਰਿੰਦਰ ਸਿੰਘ ਉਹਨਾਂ ਬਾਰੇ ਮੈਂ ਕਹਿਣਾ ਚਾਹੁੰਦਾ ਸਿਰਫ ਇੰਨਾ ਹੀ ਵੀ ਬਹੁਤ ਦੇਰ ਨਾ ਗਏ ਉੱਥੇ। ਇਹਨਾਂ ਨੂੰ 47 ਵਿੱਚ ਸੁਤੰਤਰ ਪਾਰਟੀ ਵਰਗੀ ਪਾਰਟੀ ਅਪਣਾ ਲੈਣੀ ਚਾਹੀਦੀ ਸੀ। ਇਹ ਕਾਂਗਰਸ ਦੀ ਬੇਵਕੂਫੀ ਆ ਜਿਹਨੇ ਅਮਰਿੰਦਰ ਸਿੰਘ ਕਾਂਗਰਸ ਲਿਆਂਦਾ। ਅੰਗਰੇਜ਼ਾਂ ਦੇ ਟੋਡੀ ਰਾਜੇ ਕਾਂਗਰਸ ਦੀ ਪ੍ਰਧਾਨਗੀ ਕਰਨ, ਕਾਂਗਰਸ ਦੇ ਮੁੱਖ ਮੰਤਰੀ ਬਣੇ, ਸ਼ਰਮ ਹੋਣ ਵਾਲੀ ਗੱਲ, ਸਾਡੇ ਲਈ ਸ਼ਰਮਸਾਰ ਕਰਨ ਵਾਲੀ ਗੱਲ। ਇਸ ਲਈ ਇਹ ਮੋਰਚਾ ਜਿੰਨਾ ਮਰਜ਼ੀ ਲੋਕਾਂ ਨੂੰ ਕਵੇ, ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਦੀ ਔਕਾਤ ਨੂੰ ਪਛਾਣਿਓ। ਭੁੱਲ ਕੇ ਵੀ ਕਿਤੇ ਭਾਜਪਾ ਦੇ ਉੱਤੇ ਇਤਿਹਾਦੀਆਂ ਨੂੰ ਵੋਟ ਨਾ ਪਾ ਦਿਓ। ਇੱਕ ਨਾਲ ਦੂਜਾ ਹੋ ਰਿਹਾ, ਕੇਜਰੀਵਾਲ ਉਹਨੂੰ ਪੰਜਾਬ ਹਵਾਲੇ ਕਰਨ ਦਾ ਨਾਅਰਾ ਦੇ ਰਿਹਾ, ਮੈਨੂੰ 5 ਸਾਲ ਦੇ ਦਿਓ। ਹੁਣ ਨਾਅਰਾ ਬਦਲਿਆ ਵੀ ਕੇਜਰੀਵਾਲ ਇਕੱਲੇ ਨਹੀਂ ਹੋਏਗਾ, ਭਗਵੰਤ ਮਾਨ ਹੋਏਗਾ, ਪਰ ਮੁੱਖ ਕੇਜਰੀਵਾਲ ਹੋਏਗਾ। ਮੈਂ ਜ਼ਰੂਰ ਕਹਿਣਾ ਚਾਹੁੰਦਾ ਬਦਲਾਅ ਚਾਹੀਦਾ। ਕਈ ਲੋਕ ਬਦਲਾਅ ਦੇ ਨਾਂ 'ਤੇ ਭਾਜਪਾ ਵੀ ਕਾਂਗਰਸ ਦਾ ਬਦਲਾਅ ਆਪ ਆ। ਬਦਲਾਅ ਖੂਹ ਤੋਂ ਨਿਕਲ ਕੇ ਖਾਤੇ 'ਚ ਪੈਣ ਵਾਲਾ ਨਹੀਂ ਹੁੰਦਾ, ਲੋਕਾਂ ਦੇ ਭਲੇ ਦਾ ਬਦਲਾਅ ਹੁੰਦਾ। ਤੇ ਕੇਜਰੀਵਾਲ ਬਦਲਾਅ ਦਾ ਪ੍ਰਤੀਕ ਨਹੀਂ,
ਇਹ ਦੇਸ਼ ਵਿੱਚ ਭਾਜਪਾ ਵਿਚਾਰਾਂ ਨੂੰ ਫੈਲਾਉਣ ਦਾ ਪ੍ਰਤੀਕ ਆ। ਇਹ ਭਾਜਪਾ ਦਾ ਬੀ ਟੀਮ ਆ। ਔਰ ਕਿਸੇ ਨੇ ਠੀਕ ਹੈ ਕਿਹਾ ਕਿ ਸੱਤਾ ਹਾਸਲ ਕਰਨ ਲਈ ਕਿਸੇ ਕਿਸਮ ਦੇ ਵੱਖਵਾਦੀ ਲੋਕਾਂ ਨਾਲ ਵੀ ਸਮਝੌਤਾ ਕਰ ਸਕਦਾ, ਕੋਈ ਲਾਰਾ ਲਾ ਸਕਦਾ। ਇਹਦੇ ਕੋਲ ਕੋਈ ਰਾਜਨੀਤੀ ਨਹੀਂ। ਇਹ ਕਾਰਪੋਰੇਟ ਘਰਾਣਿਆਂ ਦੀ ਰਾਜਨੀਤੀ ਕਰਨ ਆਇਆ। ਹਾਂ, ਲੋਕਾਂ ਜਿਹੜਾ ਗੁੱਸਾ ਪੈਦਾ ਕਾਂਗਰਸ ਪ੍ਰਤੀ ਹੋਇਆ, ਉਹਦਾ ਲਾਹਾ ਲੈ ਕੇ ਯੂਥ ਨੂੰ ਇਹਨੇ ਗੁੰਮਰਾਹ ਕੁਝ ਕੀਤਾ ਆ। ਮੈਨੂੰ ਪਤਾ ਦੁਆਬਾ ਐਤਕੀ ਨਹੀਂ ਮਗਰ ਲੱਗ ਰਿਹਾ, ਮਾਝੇ 'ਚ ਵੀ ਉਹ ਗੱਲ ਨਹੀਂ ਹੈ, ਕੁਝ ਇਲਾਕਿਆਂ 'ਚ ਹੈ। ਪਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਨੌਜਵਾਨੋ, ਜੇ ਭਗਤ ਸਿੰਘ ਦੇ ਵਿਚਾਰਾਂ ਦੀ ਪਹਿਰਾ ਦੇਣਾ ਚਾਹੁੰਦੇ ਹੋ ਤੇ ਇਸ ਆਪ ਪਾਰਟੀ ਜਿਹੜੀ ਭ੍ਰਿਸ਼ਟਾਚਾਰ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਨੇ ਸਰਵਿਸ ਦੇ ਦੌਰਾਨ ਉਹ ਬੰਦੇ ਖੜੇ ਕੀਤੇ ਆ ਇਹਨਾਂ ਨੇ ਚੋਣਾਂ 'ਚ, ਜਿਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਕਰੋੜਾਂ ਰੁਪਏ ਕਮਾਏ ਤੇ ਨਸ਼ਾ ਵੇਚ ਕੇ ਕਮਾਏ ਆ, ਉਹਨਾਂ ਰਾਹੀਂ ਬਦਲਾਅ ਨਾ ਸੋਚਿਓ ਬਹਿ ਕੇ। ਇਹ ਖੱਬੇ ਪੱਖੀ ਨਾਰੇ ਉੱਦਾਂ ਦੇ ਹੀ ਆ ਜਿੱਦਾਂ ਹਿਟਲਰ ਦੇ ਰਿਹਾ ਸੀ ਜਰਮਨ ਨੂੰ ਕਿ ਮੈਂ ਜਰਮਨ 'ਚ ਪੂੰਜੀਵਾਦ ਦਾ ਖਾਤਮਾ ਚਾਹੁੰਦਾ, ਪਰ ਮੈਂ ਸਮਾਜਵਾਦ ਚਾਹੁੰਦਾ ਜਿਹੜਾ ਜਰਮਨੀ ਦੇ ਨਾਂ ਦਾ ਹੋਵੇ। ਜਰਮਨੀ ਸਮਾਜਵਾਦ ਹੋਵੇ, ਸਾਡੇ ਲੋਕਾਂ, ਸਾਡੇ ਦੇਸ਼ ਦਾ ਸਮਾਜਵਾਦ ਹੋਵੇ। ਇਹ ਜਿਹੜਾ ਉਹ ਸਮਾਜਵਾਦ ਦਾ ਨਾਰਾ ਜਿੱਦਾਂ ਹਿਟਲਰ ਦਾ ਖਤਰਨਾਕ ਸੀ, ਇਸੇ ਤਰ੍ਹਾਂ ਦਾ ਜਿਹੜਾ ਕੇਜਰੀਵਾਲ ਦੀ ਪਾਰਟੀ ਦਾ ਬਦਲਾਅ ਦਾ ਨਾਰਾ, ਨੌਜਵਾਨੋਂ, ਇਹ ਬੜਾ ਹੀ ਖਤਰਨਾਕ ਹੈ। ਪੰਜਾਬ ਉਲਝ ਜਾਏਗਾ, ਹੋਰ ਪੰਜਾਬ ਐਸੀ ਜਗ੍ਹਾ ਬਣ ਜਾਏਗਾ ਜਿੱਥੇ ਪੰਜਾਬੀਅਤ ਦਾ ਨਾਂ ਨਹੀਂ ਹੋਏਗਾ। ਇਸ ਲਈ ਮੈਂ ਇਹ ਕਹਿੰਦਾ ਵੀ ਜਿਹੜੇ ਕੁਝ ਲੋਕੀ ਭਾਵਨਾਤਮਕ ਤੌਰ 'ਤੇ ਕਾਂਗਰਸ ਦਾ ਵਿਰੋਧ ਕਾਰਨ, ਅਕਾਲੀਆਂ ਦੇ ਕੁਚੱਜਾਂ ਕਾਰਨ ਆਪ ਨਾ ਸੋਚਦੇ ਆ, ਉਹਨਾਂ ਨੂੰ ਬੇਨਤੀ ਕਰਦਾ, ਜੇ ਸੱਚੀ ਮੁੱਚੀ ਭਗਤ ਸਿੰਘ ਦੇ ਵਾਰਸ ਹੈ, ਜੇ ਉਹ ਕਿਸਾਨੀ ਅੰਦੋਲਨ ਦੇ ਹੱਕ 'ਚ ਹੈ, ਜੇ ਉਹ ਸਰਾਭੇ ਦੀ ਵਿਚਾਰਧਾਰਾ ਤੇ ਊਧਮ ਸਿੰਘ ਸੁਨਾਮ ਦੀ ਵਿਚਾਰਧਾਰਾ ਨੂੰ ਕਾਇਮ ਰੱਖਣਾ ਚਾਹੁੰਦੇ ਆ, ਤੇ ਜਿਹੜਾ ਬੀਜੇਪੀ ਦਾ ਸਿੱਕੇ ਦਾ ਦੂਜਾ ਪਾਸਾ ਆਪ ਆ, ਭੁੱਲ ਕੇ ਵੀ ਕਿਤੇ ਉਹ 'ਚ ਬਦਲ ਨਾ ਦੇਖੋ ਆਪਣਾ। ਜਿਹੜੇ ਬੰਦੇ ਦੂਜੀਆਂ ਪਾਰਟੀਆਂ 'ਚੋਂ ਆਏ ਬਦਨਾਮ ਹੋ ਕੇ, ਉਹਨਾਂ ਨੂੰ ਖੜੇ ਕਰਕੇ ਪੰਜਾਬ ਦਾ ਬਦਲਾਅ ਕਰਨਾ, ਇਹ ਬਹੁਤ ਖਤਰਨਾਕ ਰੁਝਾਨ ਹੋਏਗਾ ਜੇ ਪੰਜਾਬ ਦੇ ਲੋਕੋ ਅਸੀਂ ਇਹ ਗਲਤੀ ਖਾ ਲਈ ਤਾਂ। ਅਕਾਲੀ ਪਾਰਟੀ ਦਾ ਹਾਲੇ ਜ਼ਖਮ ਲੋਕਾਂ ਨੂੰ ਭੁੱਲੇ ਨਹੀਂ। ਇਕੱਲਾ ਅਕਾਲੀ ਪਾਰਟੀ ਨੇ, ਅਕਾਲੀਆਂ ਨਾਲ ਭਾਜਪਾ ਵੀ ਸਾਂਝ ਸੀ ਇਹਨਾਂ ਦੀ। ਅੱਜ ਬੜਾ ਉਹ ਤੜਪ ਰਹੇ ਵੀ ਜੇ ਅਕਾਲੀ ਮਾੜੇ, ਉਹ ਭਾਜਪਾ ਵਾਲੇ ਕਹਿੰਦੇ, ਪੁੱਛੋ ਤੁਸੀਂ 10 ਨਾਲ ਸੀ ਜਦੋਂ ਸੱਤਾ ਤੇ, ਤੁਸੀਂ ਤਾਂ ਮਲਾਈ ਖਾਂਦੇ ਰਹੇ ਉਸ ਵੇਲੇ। ਜਿੱਦਾਂ ਦਾ ਭ੍ਰਿਸ਼ਟਾਚਾਰ ਅਕਾਲੀਆਂ ਨੇ ਕੀਤਾ, ਉੱਦਾਂ ਦਾ ਭਾਜਪਾ ਨੇ ਕੀਤਾ। ਅੱਜ ਅਕਾਲੀ ਪਾਰਟੀ ਵੱਖਰੀ ਆ, ਪਰ ਉਹਦਾ ਕਿਰਦਾਰ ਲੋਕਾਂ ਨੂੰ ਭੁੱਲਿਆ ਨਹੀਂ। ਜਿੱਦਾਂ ਦਾ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਗੁੰਡਾਗਰਦੀ ਹੋਈ ਆ, ਜਿੱਦਾਂ ਲੋਕਾਂ ਨਾਲ ਲੁੱਟ ਖਸੁੱਟ ਹੋਈ ਹੈ, ਜਿੱਦਾਂ ਛੋਟੇ ਵਪਾਰੀਆਂ ਦਾ ਵਪਾਰ ਤਬਾਹ ਕਰਕੇ ਇਹਨਾਂ ਦੇ ਪਿੱਠੂਆਂ ਨੇ ਉਹਨਾਂ 'ਤੇ ਕਬਜ਼ਾ ਕੀਤਾ ਆ, ਔਰ ਪੰਜਾਬ 'ਚ ਮਾਫੀਆ ਤੰਤਰ ਨੂੰ ਕਾਇਮ ਕੀਤਾ ਆ, ਪੰਜਾਬ ਦੇ ਲੋਕੀ ਅਕਾਲੀ ਦਲ ਨੂੰ ਕਦੀ ਮਾਫ ਨਹੀਂ ਕਰਨਗੇ। ਅਪੀਲ ਹੈ ਮੇਰੀ ਵੀ ਅਕਾਲੀ ਦਲ ਨੂੰ ਭੁਲਾਇਓ ਨਾ ਉਹਦੇ ਪੁਰਾਣੇ ਕਿਰਦਾਰ ਨੂੰ। ਬਸਪਾ ਬਾਰੇ ਤਾਂ ਮੈਂ ਸਿਰਫ ਇਹਨੇ ਕਹਿਣਾ ਵੀ ਉਹਦੇ ਵਰਕਰ ਸਾਡੇ ਵਰਕਰ ਆ, ਉਹ ਸੋਸ਼ਲ ਬਦਲਾਅ ਦੇ ਵਰਕਰ ਆ। ਪਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਸੋਸ਼ਲ ਬਦਲਾਅ ਵਾਸਤੇ ਅਕਾਲੀਆਂ ਦੀ ਲੋੜ ਨਹੀਂ। ਅਕਾਲੀ ਦਾ ਸੋਸ਼ਲ ਬਦਲਾਅ ਦੇ ਰਾਹ 'ਚ ਰੁਕਾਵਟ ਬਣ ਗਿਆ ਵੱਡੀ। ਜਿਹੜਾ ਸਮਾਜਿਕ ਸੋਸ਼ਲ ਬਦਲਾਅ ਗੁਰੂ ਨਾਨਕ ਦੇਵ ਜੀ ਨੇ ਚਿਤਵਿਆ ਸੀ, ਗੁਰੂ ਰਵਿਦਾਸ ਜੀ ਨੇ ਚਿਤਵਿਆ ਸੀ, ਜਿਹੜਾ ਸੋਸ਼ਲ ਬਦਲਾਅ ਡਾਕਟਰ ਭੀਮ ਰਾਓ ਅੰਬੇਦਕਰ ਚਿਤਵਿਆ ਸੀ, ਉਸ ਬਦਲਾਅ ਦੇ ਰਾਹ 'ਚ ਵੱਡੀ ਰੁਕਾਵਟ ਅਕਾਲੀ ਦਲ ਦੀ ਵਿਚਾਰਧਾਰਾ, ਜਿਹੜੀ ਅਕਾਲੀ ਦਲ ਲੋਕਾਂ 'ਚ ਪ੍ਰਚਾਰ ਕਰ ਰਿਹਾ ਹੈ। ਇਹਨਾਂ ਧਰਮਾਨ ਲੋਕਾਂ ਦੇ ਪਿੱਛੇ ਲੱਗ ਕੇ ਥੋੜ੍ਹੀ ਬਦਲਾਅ ਹੋਣਾ। ਇਸ ਲਈ ਉਹਨਾਂ ਨੂੰ ਬੇਨਤੀ ਆ, ਮੋੜਾ ਕੱਟਣੋ। ਅਕਾਲੀਆਂ ਦੇ ਨਾਲ ਗਏ ਆ, ਗੁਨਾਹ ਹੋ ਗਿਆ, ਕਿਉਂਕਿ ਉਹਨਾਂ ਦੇ ਕੁਝ ਲੋਕ ਉਹਨਾਂ ਨੂੰ ਅਕਾਲੀਆਂ ਦੇ ਹਵਾਲੇ ਕਰਕੇ ਚਲੇ ਗਏ। ਸਾਡੇ ਮਿੱਤਰ ਆ ਉਹ, ਆਉਣ ਵਾਲੇ ਸਮੇਂ 'ਚ ਲਾਜ਼ਮੀ ਸਾਡੇ ਨਾਲ ਹੋਣਗੇ। ਸਾਡੀ ਉਹਨਾਂ ਨਾਲ ਕੋਈ ਕਿਸੇ ਕਿਸਮ ਦੀ ਇੱਦਾਂ ਦੀ ਵਿਰੋਧਤਾ ਨਹੀਂ ਹੈ। ਕਾਂਗਰਸ ਪਾਰਟੀ ਬਾਰੇ ਜਾਣ ਦਿਓ, ਕਾਂਗਰਸ ਪਾਰਟੀ ਦਾ ਕੰਮ ਕਰਨ ਦਾ ਨਜ਼ਰੀਆ ਪੂੰਜੀਵਾਦ ਦੇ ਅਨੁਕੂਲ ਆ। ਪੂੰਜੀਵਾਦੀ ਢਾਂਚੇ 'ਚੋਂ ਕੰਮ ਕਰਦੇ ਆ, ਉੱਦਾਂ ਹੀ ਸੋਚਦੇ ਆ। ਰਾਜ ਸੱਤਾ ਉਹਨਾਂ ਲਈ ਮੁੱਖ ਗੱਲ ਆ, ਔਰ ਕੋਈ ਭ੍ਰਿਸ਼ਟਾਚਾਰ ਤੋਂ ਬਰੀ ਨਹੀਂ ਹੈ। ਔਰ ਪੰਜਾਬ ਦਾ ਤਾਂ ਆਪਾਂ ਦੇਖਿਆ ਰਾਜੇ ਦਾ ਹਾਲ ਵੀ ਕਿੱਦਾਂ ਉਹਨੇ ਲੋਕਾਂ ਨਾਲ ਕੀਤਾ। ਤਾਂ ਜਿਹੜਾ ਮਿਲਣੇ ਲੋਕੀ ਦੱਸਦੇ ਰਹੇ, ਉਹਨੇ ਲੋਕਾਂ ਦਾ ਭਲਾ ਕੀ ਕਰ ਦੇਣਾ। ਔਰ ਉਹ ਅੱਜ ਕੱਲ੍ਹ ਉਹ ਬੜਾ ਕਹਿੰਦਾ ਵੀ ਮੈਨੂੰ ਰਾਜ ਕਰਨਾ ਬਹੁਤ ਹੁੰਦਾ। ਰਾਜਿਆਂ ਨੂੰ ਰਾਜ ਕਰਨਾ ਹੁੰਦਾ। ਸੇਵਾ ਸਿੰਘ ਠੀਕਰੀ ਵਾਲੇ ਦੀ ਰੂਹ ਜਾਣਦੀ ਆ ਵੀ ਰਾਜੇ ਰਾਜ ਕਿੱਦਾਂ ਕਰਦੇ ਰਹੇ ਆ। ਜਿਹੜੇ ਪੈਪਸੂ ਦੇ ਯੋਧੇ ਆ ਨਾ, ਉਹ ਜਾਣਦੇ ਆ ਪੱਠਲ ਹੋਰੀ, ਪ੍ਰਤਾਪ ਸਿੰਘ ਧਨੌਲਾ ਹੋਰੀ, ਰਜਵਾੜਾ ਸ਼ਾਹੀ ਕੀ ਸੀ। ਤੇ ਅੱਜ ਰਾਜਾ ਕਹੇ ਰਾਜ ਮੈਨੂੰ ਕਰਨਾ ਆਉਂਦਾ ਆ। ਮੈਂ ਸਮਝਦਾ ਕਿ ਜਿਹੜਾ ਇਹ ਇੱਕ ਤਰੀਕਾ ਆ ਵੀ ਰਾਜ ਸਭ ਕੁਝ ਚਾਹੀਦਾ ਕਰਨਾ। ਕਾਂਗਰਸ ਪਾਰਟੀ ਨੂੰ ਰਾਜ ਦਿੱਤਾ ਤਾਂ ਰਾਜ ਦਾ ਹਾਲ ਦੇਖ ਲਿਆ ਪੰਜਾਬ 'ਚ। ਇਹ ਠੀਕ ਆ ਵੀ ਚੰਨੀ ਨੂੰ ਥੋੜ੍ਹਾ ਮੌਕਾ ਮਿਲਿਆ, ਪਰ ਚੰਨੀ ਉਸੇ ਪਾਰਟੀ ਦਾ ਮੁਖੀ ਆ ਨਾ ਜਿਹੜੀ ਪਾਰਟੀ ਦਾ ਮੁਖੀ ਕਾਂਗਰਸੀ ਅਮਰਿੰਦਰ ਨੂੰ ਚੁਣ ਕੇ ਗਏ ਸੀ। ਇਸ ਲਈ ਕਾਂਗਰਸ ਪਾਰਟੀ ਵੀ ਲੋਕਾਂ ਨਾਲ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਨਹੀਂ ਹੈ, ਪੂੰਜੀਪਤੀਆਂ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਪਾਰਟੀ ਹੈ। ਇਹਦੇ ਕਿਰਦਾਰ 'ਚ ਦੇਖੋਗੇ ਤਾਂ ਕੋਈ ਫਰਕ ਨਹੀਂ ਦਿਸੇਗਾ ਕਦੀ।
ਔਰ ਫਿਰ ਇਸੇ ਬੇਨਤੀ ਮੈਂ ਕਰਦਾ ਵੀ ਇੱਕ ਮੋਰਚਾ ਪੰਜਾਬ ਬਣਿਆ ਆ, ਉਹ ਮੋਰਚੇ ਦੀ ਸ਼ਕਲ ਉਹ ਨਹੀਂ ਬਣ ਸਕੀ ਜਿਹੜੀ ਅਸੀਂ ਬਣਾਉਣਾ ਚਾਹੁੰਦੇ ਸਾਂ। ਇਹ ਸਾਡੀ ਕਮਜ਼ੋਰੀ ਆ, ਲੋਕਾਂ ਦੀ ਕਮਜ਼ੋਰੀ ਨਹੀਂ। ਲੋਕ ਦੇ 1 ਸਾਲ ਦਿੱਲੀ ਦੇ ਸੜਕਾਂ 'ਤੇ ਬੈਠੇ ਰਹੇ, ਬਾਰਡਰਾਂ 'ਤੇ ਜਾ ਕੇ ਪਾਲਾ ਵੀ ਸਹਿੰਦੇ ਰਹੇ, ਗਰਮੀ ਵੀ ਸਹਿੰਦੇ ਰਹੇ, ਕਿੱਲਾਂ ਵਾਲੀਆਂ ਸੜਕਾਂ 'ਤੇ ਵੀ ਤੁਰਦੇ ਰਹੇ, ਭੁੱਖਣ ਪਾਣੇ ਬੈਠੇ ਰਹੇ। 750 ਕਿਸਾਨਾਂ ਦੀ ਸ਼ਹਾਦਤ ਵੀ ਹੋ ਗਈ, ਦੋਸ਼ ਲੋਕਾਂ ਦਾ ਨਹੀਂ ਹੈ। ਮੈਂ ਕਹਿ ਸਕਦਾ ਕਿ ਅਸੀਂ ਉਸ ਯੋਜ ਅੰਦੋਲਨ ਨੂੰ ਗਾਈਡ ਕਰਨ ਵਾਲੇ ਲੋਕ ਇਕਮੁੱਠ ਨਹੀਂ ਹੋ ਸਕੇ। ਇਸ ਕਮਜ਼ੋਰੀ ਰਹੀ ਹੈ। ਸਾਰੇ ਮਿੱਤਰ ਉਹ ਸਾਰਾ ਲੜਨ ਵਾਲੇ ਲੋਕੀ ਮਿੱਤਰ ਹੈ ਜਿਹੜੇ ਦਿੱਲੀ ਦੇ ਸੜਕਾਂ 'ਤੇ ਬੈਠੇ ਰਹੇ ਆ। ਮੇਰੀ ਬੇਨਤੀ ਹੈ, ਉਹਨਾਂ ਵਿੱਚੋਂ ਕੁਝ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਕਿਉਂਕਿ ਚੋਣਾਂ ਦੌਰਾਨ ਇਕੱਲਾ ਕਿਸਾਨ ਮੋਰਚਾ ਕੰਮ ਨਹੀਂ ਕਰ ਸਕਦਾ। ਇਹਦੇ ਨਾਲ ਮਜ਼ਦੂਰਾਂ ਦਾ, ਕਿਸਾਨਾਂ ਦੇ ਨਾਲ ਦੁਕਾਨਦਾਰਾਂ ਦਾ, ਨੌਜਵਾਨਾਂ ਦਾ, ਔਰਤਾਂ ਦਾ ਉਹਦਾ ਇਕੱਠ ਵੀ ਚਾਹੀਦਾ ਆ। ਇਸ ਲਈ ਉਹਨਾਂ ਆਗੂਆਂ ਨੇ, ਜਥੇਬੰਦੀਆਂ ਨੇ ਮਿਲ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਕਈ ਜਥੇਬੰਦੀਆਂ ਚੋਣਾਂ ਨਹੀਂ ਲੜ ਰਹੀਆਂ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਸਾਡੇ ਮਿੱਤਰ ਆ ਉਹਨਾਂ ਨੂੰ ਇੰਨੀ ਬੇਨਤੀ ਆ ਬਈ ਇਸ ਲੜਾਈ 'ਚ ਉਹ ਪਾਸੇ ਖੜ੍ਹ ਕੇ ਤਮਾਸ਼ਾ ਨਾ ਦੇਖਣ। ਜਦੋਂ ਘੋਲ ਹੋ ਰਿਹਾ ਹੋਵੇ, ਇੱਕ ਪਾਸੇ ਭਾਜਪਾ ਹੋਵੇ, ਇੱਕ ਪਾਸੇ ਆਪ ਦਾ ਫਿਰਕਾਪ੍ਰਸਤੀ ਹੋਵੇ, ਇੱਕ ਪਾਸੇ ਕਾਂਗਰਸ ਹੋਵੇ, ਅਕਾਲੀ ਹੋਣ, ਇੱਕ ਪਾਸੇ ਵੀ ਤੁਹਾਡੇ ਮਿੱਤਰ ਹੋਣ ਦਿੱਲੀ 'ਚ ਤੁਹਾਡੇ ਨਾਲ ਖੜ੍ਹੇ, ਅਤੇ ਫਿਰ ਤੁਸੀਂ ਕਹੋ ਅਸੀਂ ਕਿਸੇ ਨਾਲ ਵੀ ਨਹੀਂ ਹਨ। ਇਹ ਥੋੜ੍ਹੇ ਜਿਹੇ 'ਤੇ ਵਿਚਾਰ ਕਰੋ, ਜ਼ਰੂਰ ਮਦਦ ਕਰੋ। ਸੰਯੁਕਤ ਸਮਾਜ ਮੋਰਚਾ ਵਾਅਦੇ ਕਰਕੇ ਨਹੀਂ ਚੋਣਾਂ ਲੜ ਰਿਹਾ, ਪਹਿਲਾਂ ਵਾਅਦਿਆਂ ਦਾ ਇਮਤਿਹਾਨ ਦੇ ਕੇ ਤੁਹਾਡੇ ਕੋਲ ਆ ਰਿਹਾ। ਮੈਂ ਇਹ ਕਰੂੰਗਾ ਇਹ ਨਹੀਂ ਕਹਿ ਰਿਹਾ, ਮੈਂ ਕਰਕੇ ਕੀ ਆਇਆ ਇਹ ਦੱਸ ਰਿਹਾ। ਕਰਕੇ ਆਇਆ, 1 ਸਾਲ ਤੱਕ ਲੜਾਈ ਲੜੀ ਅਤੇ ਸਭ ਤੋਂ ਵੱਡਾ ਹੰਕਾਰੀ ਪ੍ਰਧਾਨ ਮੰਤਰੀ ਨੂੰ ਹਰਾ ਕੇ ਪੰਜਾਬ 'ਚੋਂ ਵਾਪਸ ਮੁੜੇ ਆ। ਉਹਨਾਂ 'ਚ ਇੱਕ ਬੰਦੇ ਦੇ ਉੱਤੇ ਵੀ ਤੁਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲਾ ਸਕਦੇ। ਸਾਰੇ ਨਵੇਂ ਲੋਕ ਆ ਜਿਹੜੇ ਥੱਲਿਓ ਜ਼ਮੀਨ ਤੋਂ ਉੱਠੇ ਆ, ਜਿਨ੍ਹਾਂ ਨੇ ਇਮਤਿਹਾਨ ਪਾਸ ਕੀਤਾ ਆ। ਜਿਹੜਾ ਬੰਦਾ ਫੇਲ ਹੋ ਚੁੱਕਾ ਪਹਿਲਾਂ ਤੇ ਤੁਹਾਨੂੰ ਕਵੇ ਇੱਕ ਵਾਰੀ ਮੌਕਾ ਦੇ ਦਿਓ, ਮੈਂ ਤੁਹਾਨੂੰ ਗੋਲਡ ਮੈਡਲ ਲੈ ਕੇ ਦੇਵਾਂਗਾ, ਉਹ 'ਤੇ ਵਿਸ਼ਵਾਸ ਨਾ ਕਰੋ। ਜਿਹੜਾ ਪਹਿਲਾਂ ਆਪਣੇ ਸੀਟ 'ਤੇ ਜ਼ਖਮ ਖਾ ਕੇ ਆਇਆ, ਲੋਕਾਂ ਲਈ ਲੜਦਾ ਆਇਆ ਅਤੇ ਗਾਹਾਂ ਵਾਅਦਾ ਕਰਦਾ ਵੀ ਮੈਂ ਲੋਕਾਂ ਦੇ ਮਸਲੇ ਲੈ ਕੇ ਇੱਦਾਂ ਹੀ ਲੜੂੰਗਾ, ਜੇ ਸਰਕਾਰ ਬਣੀ ਤਾਂ ਵੀ, ਜੇ ਕਮਜ਼ੋਰੀ ਰਹਿ ਗਈ ਕੋਈ ਤਾਂ ਵੀ ਲੋਕਾਂ ਦਾ ਨਾਲ ਅੰਗ ਸੰਗ ਰਵਾਂਗੇ। ਉਹਨਾਂ ਨੂੰ ਪਰਖਣ ਦੀ ਲੋੜ ਨਹੀਂ, ਉਹਨਾਂ ਨੂੰ ਵੋਟ ਪਾਇਓ। ਨਿਮਰਤਾ ਨਾਲ ਬੇਨਤੀ ਆ। ਉਹਨਾਂ ਦਾ ਪ੍ਰਚਾਰ ਥੋੜ੍ਹਾ ਆ, ਪੈਸੇ ਘੱਟ ਆ, ਲੇਕਿਨ ਸੰਯੁਕਤ ਸਮਾਜ ਮੋਰਚੇ ਦਾ ਕਿਰਦਾਰ, ਉਹਦਾ 1 ਸਾਲ ਦੀ ਲੜਾਈ ਜੱਦੋ-ਜਹਿਦ ਪੰਜਾਬੀਆਂ ਦੇ ਮਨਾਂ 'ਚ ਵਸੀ ਹੋਈ ਹੈ। ਮੈਂ ਤਜਰਬਾ ਕੀਤਾ ਸਾਰੇ ਪੰਜਾਬ ਦਾ ਘੁੰਮ ਕੇ। ਲੋਕ ਚਾਹੁੰਦੇ ਆ ਕਿ ਨਹੀਂ ਜ਼ਿਆਦਾ ਅਸੀਂ ਬੋਲਦੇ ਭਾਵੇਂ ਨਹੀਂ, ਪਰ ਸਾਡਾ ਹਮਦਰਦੀ ਉਹ ਦਿੱਲੀ ਦੇ ਕਿਸਾਨ ਮੋਰਚੇ ਵਾਲਿਆਂ ਵਾਂਗੂ ਆ। ਸੰਯੁਕਤ ਸਮਾਜ ਮੋਰਚਾ ਜਿਹੜਾ ਚੋਣਾਂ ਲੜ ਰਿਹਾ, ਮੈਨੂੰ ਪੂਰੀ ਆਸ ਆ। ਗੈਰਤਮੰਦ ਪੰਜਾਬੀਓ, ਮੇਰੇ ਬਿਹਾਰ ਯੂਪੀ ਦੇ ਮਿੱਤਰੋ, ਮੇਰੀ ਉਹ ਭੈਣੋ, ਜਿਹੜੇ ਦਸਾਂ ਦੀ ਕਿਰਤ ਕਰਨ ਵਾਸਤੇ ਪੰਜਾਬ ਦੀ ਧਰਤੀ 'ਤੇ ਬੈਠੇ ਹੋ, ਆਪਣੀ ਇੱਕ ਵੋਟ ਸੰਯੁਕਤ ਸਮਾਜ ਮੋਰਚੇ ਨੂੰ ਪਾਇਓ ਤਾਂ ਕਿ ਪੰਜਾਬ 'ਚ ਬਦਲਾਅ ਦੀ ਲਹਿਰ ਨੂੰ ਤੇਜ਼ ਕੀਤਾ ਜਾ ਸਕੇ। ਧੰਨਵਾਦ ਸਾਰੇ ਸਾਥੀਆਂ।